ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ। ਫਿਰ ਮੈਂ ਪਾਪਾ ਡਰ ਗਏ ਸੀ, ਘਬਰਾ ਗਏ ਸੀ। ਫਿਰ ਮੇਰੇ ਕਜ਼ਨ ਨੇ ਦੁੱਧ ਦਿੱਤਾ 2 ਦਿਨ। ਫਿਰ ਉਸ ਤੋਂ ਬਾਅਦ ਮੈਂ ਦੁੱਧ ਸਾਂਭ ਲਿਆ ਤੇ ਫਿਰ ਮੈਂ ਮਤਲਬ ਕਿ ਹੌਲੀ ਹੌਲੀ ਲੈ ਕੇ ਤੁਰੀ ਜਾਂਦੀ ਹਾਂ। ਹੌਲੀ ਹੌਲੀ ਮਤਲਬ ਕਿ ਕੰਮ ਸਾਂਭੀ ਗਈ, ਇੰਨਾ ਉਹ ਨਹੀਂ ਕੀਤਾ ਤੇ ਥੋੜੀ ਥੋੜੀ ਟੈਨਸ਼ਨਾਂ ਵਗੈਰਾ ਵੀ ਹੋਈਆਂ, ਮਤਲਬ ਕਿ ਐਡਜਸਟ ਕਰ ਹੀ ਲਿੱਤਾ ਆਪਣੇ ਆਪ ਨੂੰ। दो बजे शुरू हो जाता काम, 2-2:30 बजे शुरू करके फिर मतलब 5-5:30 बजे तक काम हो करना, चवाई चुई करवानी, पट्ठे पुट्ठे पवाने। ਸਾਡੇ ਨਾਲ ਜੋ ਹੁੰਦਾ ਨਾ ਉਹ ਮਾੜਾ ਹੀ ਹੁੰਦਾ, ਉਸ ਟਾਈਮ ਤੋਂ ਪਹਿਲਾਂ ਦਾ ਹੀ ਮਾੜਾ ਹੁੰਦਾ ਸੀ ਤੇ ਹੁਣ ਉਹ ਜ਼ਿਆਦਾ ਸਾਨੂੰ ਫੀਲ ਹੋਣ ਲੱਗ ਪਿਆ ਸੀ। ਕਈਆਂ ਨੇ ਸਾਥ ਦਿੱਤਾ, ਕਈ ਮੈਨੂੰ ਛੱਡ ਕੇ ਗਏ, ਕਈਆਂ ਨੇ ਗੱਲਾਂ ਸੁਣਾਈਆਂ। ਉਸ ਗੱਲਾਂ ਵਾਲੇ ਨੂੰ ਚਲੋ ਮੈਂ ਇਗਨੋਰ ਹੀ ਕੀਤਾ। ਫਰੀडम ਜ਼ਰੂਰ ਦੇਣੀ ਚਾਹੀਦੀ ਕੁੜੀਆਂ ਨੂੰ, ਕਿਉਂਕਿ ਮੁੰਡਿਆਂ ਨੂੰ ਫਰੀडम ਮਿਲ ਸਕਦੀ ਤੇ ਕੁੜੀਆਂ ਨੂੰ ਵੀ ਮਿਲ ਸਕਦੀ ਆ। ਕੁੜੀਆਂ ਕੁਛ ਕਰਕੇ ਵੀ ਵਿਖਾਣਗੀਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ, ਜਿੱਥੇ ਅੱਜ ਅਸੀਂ ਅਖਬਾਰਾਂ ਜਾਂ ਚੈਨਲਸ ਜਾਂ ਹੈਡਲਾਈਨਸ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਵੱਲੋਂ, ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਦਿੱਤਾ ਜਾਂਦਾ ਆ, ਪਰ ਤੁਹਾਡੀ ਮੁਲਾਕਾਤ ਅੱਜ ਅਸੀਂ ਉਸ ਧੀ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਦੇ ਪਿਤਾ ਦੇ ਐਕਸੀਡੈਂਟ ਤੋਂ ਹੋਣ ਤੋਂ ਬਾਅਦ ਉਹ ਲੜਕੀ ਨੇ, ਉਹ ਧੀ ਨੇ ਆਪਣੇ ਪਿਤਾ ਦਾ ਦੁੱਧ ਦਾ ਕੰਮ ਸੰਭਾਲ ਕੇ ਅੱਜ ਅੰਮ੍ਰਿਤਸਰ ਦੇ ਪੌਸ਼ ਏਰੀਆਜ਼ ਦੇ ਵਿੱਚ ਨਜ਼ਦੀਕ ਲੱਗਦੀਆਂ ਵੱਖ-ਵੱਖ ਕਲੋਨੀਜ਼ ਦੇ ਵਿੱਚ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਔਰ ਆਪਣੇ ਪਿਤਾ ਦੀ ਦਵਾਈ ਦਾ ਵੀ ਬੰਦੋਬਸਤ ਕਰ ਰਹੀ ਹੈ। ਸੋ ਸਾਡੇ ਨਾਲ ਉਹ ਧੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਗੁੜੀਆ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਨੀ ਕੇਤਨ ਹੈ ਤੇ ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ। ਫਿਰ ਮੈਂ ਪਾਪਾ ਡਰ ਗਏ ਸੀ, ਘਬਰਾ ਗਏ ਸੀ। ਫਿਰ ਮੇਰੇ ਕਜ਼ਨ ਨੇ ਦੁੱਧ ਦਿੱਤਾ 2 ਦਿਨ। ਫਿਰ ਉਸ ਤੋਂ ਬਾਅਦ ਮੈਂ ਦੁੱਧ ਸਾਂਭ ਲਿਆ ਤੇ ਫਿਰ ਮੈਂ ਮਤਲਬ ਕਿ ਹੌਲੀ ਹੌਲੀ ਲੈ ਕੇ ਤੁਰੀ ਜਾਂਦੀ ਹੁਣ। ਤਾਂ ਗੁੜੀਆ, ਕਿਸ ਤਰ੍ਹਾਂ ਐਕਸੀਡੈਂਟ ਕਿਸ ਤਰ੍ਹਾਂ ਹੁੰਦਾ ਹੈ? ਐਕਸੀਡੈਂਟ ਮੇਰੇ ਪਾਪਾ ਗਮਟਾਲਾ ਪੁਲ ਉਤਰਦੇ ਸੀ ਤੇ ਉੱਥੇ ਡਿਫਲੈਂਸ ਕਲੋਨੀ ਹੈਗੀ ਆ, ਉੱਥੋਂ ਮੁੰਡੇ 2 ਨਿਕਲਦੇ ਸੀ। ਉਹਨਾਂ ਨੇ ਨਸ਼ੇ ਵਗੈਰਾ ਕੀਤੇ ਸੀ ਤੇ ਉਹ ਮੇਰੇ ਪਾਪਾ ਦੇ ਮਤਲਬ ਆ ਕੇ ਲੱਤ 'ਚ ਮਤਲਬ ਉਹਨਾਂ ਦੇ ਟਾਇਰ ਵੱਜੇ ਬਾਈਕ ਦੇ ਤੇ ਉੱਥੇ ਲੱਤ ਕਰੈਕ ਹੋ ਗਈ, ਉਹਦੇ 4-5 ਹਿੱਸੇ ਹੋ ਗਏ ਹੱਡੀ ਦੇ। ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬੈਲਾ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਜਿੱਥੇ ਮਤਲਬ ਉਹਨਾਂ ਕੋਲ ਆਪਰੇਸ਼ਨ ਵਗੈਰਾ ਕਰਵਾਏ, ਉਹਨਾਂ ਕੋਲ ਸੈੱਟ ਨਹੀਂ ਬੈਠਾ। ਫਿਰ ਉਸ ਤੋਂ ਬਾਅਦ ਮੈਂ 3-4 ਹਸਪੀਟਲਸ ਨਾਲ ਮਿਲੀ। ਫਿਰ ਉਸ 'ਚ ਮੈਨੂੰ ਜ਼ਿਆਦਾ ਬੈਟਰ ਡਾਕਟਰ ਪ੍ਰਕਾਸ਼ ਲੱਗੇ, ਪ੍ਰਕਾਸ਼ ਹਸਪੀਟਲ। ਉਹਨਾਂ ਕੋਲ ਮੈਂ ਖੜਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਮ ਸੇ ਕਮ 6-7 ਮਹੀਨੇ ਮਤਲਬ ਬੈੱਡ 'ਤੇ ਰਹਿਣਾ ਪੈਣਾ। ਉਸ ਤੋਂ ਪਹਿਲਾਂ ਵੀ 4-5 ਮਹੀਨੇ ਬੈੱਡ 'ਤੇ ਰਹੇ ਆ ਤੇ ਮਤਲਬ ਫਿਰ ਉਹਨਾਂ ਕੋਲ ਜਦੋਂ ਮੈਂ ਖੜਿਆ, ਉਹਨਾਂ ਨੇ ਮਤਲਬ 7-8 ਆਪਰੇਸ਼ਨ ਕਿਹਾ ਸੀ। ਉਹਨਾਂ ਕਿਹਾ ਸੀ ਕਿ ਪਲਾਸਟਿਕ ਸਰਜਰੀ ਵੀ ਕਰਨੀ ਆ, ਮਤਲਬ ਕਿ ਇੱਕ ਤਰ੍ਹਾਂ ਦੇ ਕੋਰਸ ਹੁੰਦੇ ਨੇ ਇਸ ਚੀਜ਼ ਦੇ ਤੇ ਮਤਲਬ ਕੋਰਸ ਉਹਨਾਂ ਨੇ ਪੂਰੀ ਜਿਸ ਤਰ੍ਹਾਂ ਕੋਰਸ ਕਰਦੇ ਰਹੇ ਉਸ ਤਰ੍ਹਾਂ ਮਤਲਬ ਲੱਤ ਠੀਕ ਹੁੰਦੀ ਰਹੀ। ਹੁਣ ਥੋੜ੍ਹਾ ਬਹੁਤਾ ਤੁਰਦੇ ਆ। ਤਾਂ ਗੁੜੀਆ, ਜਦੋਂ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਤਾਂ ਜਿੱਥੇ ਤੁਹਾਡੇ ਪਿਤਾ ਪਹਿਲਾਂ ਦੁੱਧ ਦੀ ਡਿਲੀਵਰੀ ਦਿੰਦੇ ਸੀ, ਘਰਾਂ ਦੇ ਵਿੱਚ ਦੁੱਧ ਵੇਚਣ ਦਾ ਕੰਮ ਕਰਦੇ ਸੀ, ਤਾਂ ਜਦੋਂ ਤੁਹਾਨੂੰ ਜਾ ਕੇ ਦੁੱਧ ਵੇਚਣਾ ਪਿਆ ਤਾਂ ਕਿੰਨਾ ਕੁ ਮੁਸ਼ਕਿਲ ਲੱਗਾ? ਹਾਂ, ਪਹਿਲਾਂ ਦਿਨ ਮੁਸ਼ਕਿਲ ਹੋਈਆਂ ਸੀ, ਮੈਨੂੰ ਘਰ ਵੀ ਨਹੀਂ ਪਤਾ ਸੀ। ਫਿਰ ਮੈਂ ਪਾਪਾ ਕੋ ਫੋਨ 'ਤੇ ਮਤਲਬ ਸਮਝਦੀ ਹਾਂ ਘਰ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮਤਲਬ ਕਿ ਕੰਮ ਸਾਂਭੀ ਗਈ, ਇੰਨਾ ਉਹ ਨਹੀਂ ਕੀਤਾ ਤੇ ਥੋੜੀ ਥੋੜੀ ਟੈਨਸ਼ਨਾਂ ਵਗੈਰਾ ਵੀ ਹੋਈਆਂ, ਮਤਲਬ ਕਿ ਐਡਜਸਟ ਕਰ ਹੀ ਲਿੱਤਾ ਆਪਣੇ ਆਪ ਨੂੰ। ਪਹਿਲੇ ਦਿਨ ਤਾਂ ਮੁਸ਼ਕਿਲ ਆਈਆਂ ਸੀ, ਥੋੜ੍ਹਾ ਟਫਨੈਸ ਵੀ ਲੱਗਾ ਸੀ ਕਿਉਂਕਿ ਜਾਣਦੇ ਤਾਂ ਮੈਨੂੰ ਕੋਈ ਨਹੀਂ ਸੀ। ਫਿਰ ਮਤਲਬ ਕਿ ਉਹਨਾਂ ਨੂੰ ਮੈਂ ਕਿਹਾ ਕਿ ਮੇਰੇ ਪਾਪਾ ਦਾ ਐਕਸੀਡੈਂਟ ਵਗੈਰਾ ਹੋ ਗਿਆ। ਫਿਰ ਮਤਲਬ ਉਹਨਾਂ ਨੂੰ ਸਮਝ ਲੱਗ ਗਈ। ਫਿਰ ਉਹਨਾਂ ਨੇ ਮੈਨੂੰ ਸਮਝਾਉਣਾ ਸ਼ੁਰੂ ਕਰਤਾ ਕਿ ਤੇਰੇ ਪਾਪਾ ਇੱਦਾਂ ਦੁੱਧ ਪਾ ਕੇ ਜਾਂਦੇ ਆ, ਪਤੀਲੇ ਕੱਢ ਕੇ ਧੋ ਕੇ ਦੁੱਧ ਪਾ ਕੇ ਤਰ੍ਹਾਂ। ਫਿਰ ਮੈਂ ਹੌਲੀ ਹੌਲੀ ਸਮਝ ਗਈ।
ਹੁਣ ਆਦਤ ਜੀ ਪੈ ਗਈ ਇਸ ਚੀਜ਼ ਦੀ। ਤਾਂ ਜਦੋਂ ਤੁਸੀਂ ਪਹਿਲੀ ਵਾਰ ਸ਼ੁਰੂਆਤ ਕਰਦੇ ਹੋ ਤਾਂ ਉਹਨਾਂ ਕਲੋਨੀਆਂ ਦਾ, ਉਹਨਾਂ ਘਰਾਂ ਦਾ ਪਤਾ ਲੱਗ ਗਿਆ ਜਿੱਥੇ ਤੁਹਾਡੇ ਪਿਤਾ ਦੁੱਧ ਦੇ ਕੇ ਆਉਂਦੇ ਸੀ? ਨਹੀਂ, ਮੈਨੂੰ ਫੋਨ ਕਰਕੇ ਮੈਂ ਪੁੱਛਦੀ ਰਹੀ ਪਾਪਾ ਕੋਲ, ਫਿਰ ਵਿੱਚ ਖਿੱਚ ਵੀ ਗਈ ਹਾਂ ਕਿਉਂਕਿ ਸਮਝ ਨਹੀਂ ਲੱਗਦੀ। ਫਿਰ ਮੈਂ ਖਿੱਚ ਗਈ, ਮੈਂ ਕਿਹਾ ਮੈਂ ਨਹੀਂ ਦੇਣਾ। ਫਿਰ ਮੈਂ ਕਿਹਾ ਨਹੀਂ ਛੱਡ ਪਰਾਂ, ਦੇਣਾ ਤਾਂ ਪੈਣਾ ਹੀ ਆ। ਫਿਰ ਮਤਲਬ ਕਿ ਉਸ ਚੀਜ਼ ਨੂੰ ਮੈਂ ਛੇਤੀ ਅਸੈਪਟ ਕਰ ਲਿਆ ਕਿ ਆ ਮੈਂ ਹੀ ਕੰਮ ਕਰਨਾ, ਹੋਰ ਕੋਈ ਕਰਨ ਵਾਲਾ ਨਹੀਂ ਹੈਗਾ। ਛੋਟਾ ਹੈ ਬ੍ਰਦਰ, ਛੋਟਾ ਆ, ਸਿਸਟਰ ਵੱਡੀ ਸੀ, ਉਹ ਜੋਬ ਵੀ ਕਰਦੀ, ਸਟੱਡੀਜ਼ ਵੀ ਕਰਦੀ। ਫਿਰ ਮੈਂ ਕਿਹਾ ਕਿ ਚੱਲ ਮੈਂ ਤਾਂ ਆਪਣਾ ਇੱਕ ਟਾਈਮ ਨੂੰ ਐਡਜਸਟ ਕਰਕੇ ਤੇ ਇਸ ਚੀਜ਼ ਲਈ ਵੀ ਟਾਈਮ ਕੱਢਾਂ। ਤਾਂ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਜਾ ਕੇ ਦਰਵਾਜ਼ਾ ਨੋਕ ਕਰਦੇ ਸੀ ਤਾਂ ਉਹ ਸ਼ੌਕ ਨਹੀਂ ਹੋ ਜਾਂਦੇ ਕਿ ਆ ਸਾਨੂੰ ਦੁੱਧ ਕੌਣ ਦੇਣ ਆ ਗਿਆ? ਐਕਚੁਅਲੀ ਜਿਹੜਾ ਸਾਡਾ ਦੁੱਧ ਹੀ ਆ ਉਹ ਤਾਂ ਅੱਜ ਆਇਆ ਨਹੀਂ ਆ, ਤਾਂ ਇੱਕ ਛੋਟੀ ਜਿਹੀ ਬੱਚੀ ਦੁੱਧ ਦੇਣ ਆ ਗਈ ਹੈ। ਹਾਂ, ਪਹਿਲਾਂ ਦਿਨ ਤੋਂ ਬੜੇ ਘਬਰਾ ਗਏ ਸੀ, ਕਹਿੰਦੇ ਕਿ ਤੁਸੀਂ ਕੌਣ? ਮੈਂ ਕਿਹਾ ਕਿ ਮੈਂ ਸ਼ਰਮਾ ਜੀ ਦੀ ਬੇਟੀ ਤਰ੍ਹਾਂ ਦੁੱਧ ਦਿੰਦੀ ਹਾਂ ਅਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਫਿਰ ਉਹਨਾਂ ਸਮਝਾਉਣ 'ਚ ਵੀ ਕਿੰਨਾ ਟਾਈਮ ਲੱਗਦਾ ਸੀ। ਫਿਰ ਉਹਨਾਂ ਨੇ ਮੈਂ ਦੱਸਣਾ ਕਿ ਇਸ ਤਰ੍ਹਾਂ ਫਿਰ ਉਹਨਾਂ ਨੇ ਐਕਸੈਪਟ ਕਰ ਲਿਆ ਛੇਤੀ। ਮੈਨੂੰ ਇਹ ਨਹੀਂ ਕਿ ਨਹੀਂ ਕੀਤਾ ਐਕਸੈਪਟ ਛੇਤੀ ਕਰ ਲਿਆ ਇਹ ਚੀਜ਼ ਨੂੰ ਕਿ ਸ਼ਰਮਾ ਜੀ ਨਹੀਂ ਆ ਸਕਦੇ ਅਤੇ ਮੈਂ ਹੀ ਇਹਨਾਂ ਨੇ ਹੀ ਆਉਣਾ। ਤਾਂ ਜਦੋਂ ਤੁਸੀਂ ਦੁੱਧ ਵੇਚਣ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਕਲਾਸਮੇਟ ਜਾਂ ਤੁਹਾਡੇ ਹੋਰ ਜਿਹੜੇ ਕਲੀਗਸ ਹੋਣਗੇ ਤਾਂ ਉਹਨਾਂ ਕਿਹਾ ਨਹੀਂ ਵੀ ਤੂੰ ਕਿਹੜੇ ਕੰਮ ਨੂੰ ਪੈ ਗਈਆਂ ਕਿ ਜਿਹੜੇ ਇਹ ਤੇਰਾ ਸਮਾਂ ਦਾ ਪੜ੍ਹਾਈ ਕਰਨ ਦਾ ਹੈਗਾ ਤਾਂ ਦੁੱਧ ਵੇਚ ਰਹੀ ਹੈ? ਹਾਂ, ਇਸ ਚੀਜ਼ ਦਾ ਮਜ਼ਾਕ ਬਣਦਾ ਹੀ, ਇਹ ਨਹੀਂ ਗੱਲ ਨਹੀਂ ਬਣਦਾ। ਹਰ ਇੱਕ ਚੀਜ਼ ਨੂੰ ਜਦੋਂ ਸਟਾਰਟ ਕਰੋ, ਹੁਣ ਉਹ ਕਈ ਜੱਜਮੈਂਟ, ਹੁਣ ਜਿਸ ਤਰ੍ਹਾਂ ਆਰਮੀ ਵਾਲੇ ਨੂੰ ਆਰਮੀ ਨੌਕਰੀ ਮਿਲੇ, ਇਹ ਥੋੜ੍ਹਾ ਹੁੰਦਾ। ਹੁਣ ਮੇਰੇ ਪਾਪਾ ਦੁੱਧ ਦਾ ਕੰਮ ਕਰਦੇ ਸੀ ਅਤੇ ਮੈਨੂੰ ਉਸ ਚੀਜ਼ ਦਾ, ਕਿਉਂਕਿ ਮੈਂ ਪਹਿਲਾਂ ਵੀ ਪਾਪਾ ਨਾਲ ਆਉਂਦੀ ਜਾਂਦੀ ਹਾਂ, ਮੈਨੂੰ ਪਾਪਾ ਦੁੱਧ ਦੇ ਡਰਮਾਂ ਸਮੇਤ ਲਿਆਉਂਦੇ ਰਹੇ ਸਕੂਲ ਤੋਂ, ਉਦੋਂ ਵੀ ਮਜ਼ਾਕ ਡਾਉਂਦੇ ਸੀ, ਹੁਣ ਵੀ ਡਾਉਂਦੇ। ਅਤੇ ਉਸ ਚੀਜ਼ ਨੂੰ ਮੈਂ ਇਗਨੋਰ ਜ਼ਿਆਦਾ ਕਰਦੀ ਹਾਂ ਕਿਉਂਕਿ ਮੈਂ ਇੰਨੀ ਛੇਤੀ ਕਿਸੇ ਦੀ ਗੱਲ ਦਾ ਮਾਈਂਡ ਨਹੀਂ ਕਰਦੀ ਅਤੇ ਮਤਲਬ ਉਸ ਚੀਜ਼ ਨੂੰ ਮੈਂ ਐਵੇਂ ਕਰ ਦੇਣੀ ਹੁੰਦੀ ਹੈ। ਤਾਂ ਰਾਤੀ ਕਿੰਨੇ ਵਜੇ ਉੱਠਦੇ ਹੋ ਫਿਰ ਤੁਸੀਂ? ਕਦੋਂ ਸ਼ੁਰੂਆਤ ਕਰਦੇ ਹੋ? ਦੁੱਧ ਚੋਂਦੇ ਹੋ, ਲੈ ਕੇ ਜਾਂਦੇ ਹੋ, ਕਿਸ ਤਰ੍ਹਾਂ ਸਾਰਾ ਥੋੜ੍ਹਾ ਸਮਝਾਇਓ। ਉਹ ਮੇਰਾ 2 ਵਜੇ ਸ਼ੁਰੂ ਹੋ ਜਾਂਦਾ ਕੰਮ, 2-2:30 ਵਜੇ ਸ਼ੁਰੂ ਕਰਕੇ ਫਿਰ ਮਤਲਬ 5-5:30 ਵਜੇ ਤੱਕ ਕੰਮ ਉਹ ਕਰਨਾ, ਚੁਵਾਈ ਕਰਵਾਉਣੀ, ਪੱਠੇ ਪੁੱਠੇ ਪਵਾਉਣੇ। ਫਿਰ ਉਸ ਤੋਂ ਬਾਅਦ 5:30 ਵਜੇ ਮੈਂ ਦੁੱਧ ਲੈ ਕੇ ਇੱਥੋਂ ਤੁਰ ਪੈਂਦੀ ਹਾਂ ਅਤੇ ਮਤਲਬ ਕਿ ਟਾਈਮ ਟੂ ਟਾਈਮ ਰੱਖਿਆ ਹੋਇਆ ਕਿ ਇੰਨੇ ਵਜੇ ਫ੍ਰੀ ਹੋਣਾ, 10 ਵਜੇ ਫ੍ਰੀ ਹੋਣਾ, 12 ਵਜੇ। ਹੁਣ ਜਿਸ ਤਰ੍ਹਾਂ ਸਿਆਲਾਂ 'ਚ ਮੈਂ ਲੇਟ ਜਾਂਦੀ ਹੁੰਦੀ ਹਾਂ ਕਿਉਂਕਿ ਧੁੰਦ ਬੜੀ ਹੁੰਦੀ, 7 ਵਜੇ ਨਿਕਲਦੀ ਹਾਂ ਘਰੋਂ ਮੈਂ ਅਤੇ 12, 12:30, 1 ਵੀ ਵੱਜ ਜਾਂਦਾ ਹੁੰਦਾ ਸੀ। ਫਿਰ ਜਦੋਂ ਗਰਮੀਆਂ ਆਉਂਦੀਆਂ, ਗਰਮੀਆਂ 'ਚ ਮੈਨੂੰ ਹੁੰਦਾ ਕਿ 10, 10:30 ਵਜੇ ਤੋਂ ਪਹਿਲਾਂ ਮੈਂ ਫ੍ਰੀ ਹੋ ਜਾਵਾਂ ਕਿ ਦੁੱਧ ਨਾ ਖਰਾਬ ਹੋਵੇ। ਉਹ ਟਾਈਮ ਟੇਬਲ ਮੈਂ ਬਣਾ ਚੁੱਕੀ ਹੋਈ, ਮੈਂ ਆਪਣਾ ਉਹ ਸਭ ਨੇ ਐਡਜਸਟ ਕੀਤਾ। ਅੱਛਾ, ਤਾਂ ਹੁਣ ਤੁਸੀਂ ਪੜ੍ਹਾਈ ਜਿਹੜੀ ਹੈ ਕਰ ਰਹੇ ਹੋ ਤਾਂ ਉਹਦੇ ਵਿੱਚ ਆਉਣ ਵਾਲੇ ਸਮੇਂ 'ਤੇ ਤੁਹਾਡੀ ਕੀ ਪਲੈਨਿੰਗ ਹੈ? ਹਜੇ ਤਾਂ ਪਾਪਾ ਚਾਹੁੰਦੇ ਕਿ ਵੈਟਰਨਰੀ ਕਰਾਂ ਅਤੇ ਮੈਨੂੰ ਹੈਗਾ ਕਿ ਮੈਨੂੰ ਆਰਮੀ ਜਾਂ ਮੈਂ ਪੁਲਿਸ 'ਚ ਜੋਬ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਸਪੋਰਟਸ ਬਹੁਤ ਕਰਦੀ ਰਹੀ ਹਾਂ ਆਪਣੇ ਮਤਲਬ ਟਾਈਮ 'ਚ ਅਤੇ ਮਤਲਬ ਹਜੇ ਵੀ ਕਰਦੀ ਹਾਂ ਬਟ ਹਜੇ ਘਟਾਤਾ ਹੋਇਆ ਆ। ਹੁਣ ਤਾਂ ਰਨਿੰਗ ਵਗੈਰਾ ਹੀ ਕਰਦੀ ਹਾਂ, ਇਸ ਤੋਂ ਜ਼ਿਆਦਾ ਨਹੀਂ। ਅਤੇ ਮਤਲਬ ਕਿ ਇੱਕ ਹਿਸਾਬ ਦਾ ਟਾਈਮ ਨਹੀਂ ਮਿਲਦਾ, ਇਸ ਕਰਕੇ ਨਹੀਂ ਕਰਦੀ। ਬਾਕੀ ਮੈਨੂੰ ਹੈਗਾ ਕਿ ਮੈਨੂੰ ਇਸ ਚੀਜ਼ ਲਈ ਮਤਲਬ ਮਿਲੇ ਬਟ ਉਹ ਕਿਸੇ ਨੇ, ਮੇਰੀ ਸਿਸਟਰ ਨੇ ਵੀ ਭਰਿਆ ਸੀ, ਤੁਹਾਨੂੰ ਕਿਸੇ ਨੇ ਕਿਹਾ ਸੀ ਕਿ ਪੈਸੇ ਦੇ ਅਤੇ ਫਿਰ ਮਤਲਬ ਹੋ ਜਾਂਦੇ ਪਾਸ, ਇੱਦਾਂ ਨਹੀਂ ਹੁੰਦੇ। ਅਤੇ ਮਤਲਬ ਪੈਸੇ ਤਾਂ ਹੁਣ ਹੈਗੇ ਨਹੀਂ ਹੈ ਅਤੇ ਫਿਰ ਆਪਾਂ ਆਸ 'ਚ ਛੱਡੀ ਹੋਈ ਉਸ ਚੀਜ਼ 'ਚ ਅਤੇ ਜੇ ਤਾਂ ਇਸ ਤਰ੍ਹਾਂ ਮਿਲ ਸਕਦੀ ਤਾਂ ਮੈਂ ਜ਼ਰੂਰ ਲੈਣਾ ਚਾਹੂੰਗੀ ਬਟ ਉਸ ਚੀਜ਼ ਲਈ ਪੈਸਿਆਂ ਲਈ ਆਸ ਛੱਡੀ ਹੋਈ, ਪੈਸੇ ਦੇ ਕੇ ਹੋਣਾ, ਉਹ ਮੈਨੂੰ ਥੋੜ੍ਹਾ ਗਲਤ ਲੱਗਦਾ। ਤਾਂ ਤੁਸੀਂ ਫਿਰ ਜਿਹੜਾ ਜਦੋਂ ਦੁੱਧ ਨੂੰ ਇੰਨਾ ਸਮਾਂ ਤੁਹਾਨੂੰ ਲੱਗ ਜਾਂਦਾ ਹੈ, ਰਾਤੀ ਲੇਟ ਨਾਈਟ ਤੁਸੀਂ ਜਿਹੜਾ ਆ ਉਹ ਸੌਂਦੇ ਹੋ, ਜਲਦੀ ਉੱਠ ਪੈਂਦੇ ਹੋ, ਫਿਰ ਉਸ ਤੋਂ ਬਾਅਦ ਫਿਰ ਆਪਣੀ ਪੜ੍ਹਾਈ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਕਿੰਨਾ ਸਮਾਂ ਦਿੰਦੇ ਹੋ ਪੜ੍ਹਾਈ ਨੂੰ? ਹੁਣ ਜਿਸ ਤਰ੍ਹਾਂ ਮੈਂ 10 ਵਜੇ ਜਾਂ 11 ਵਜੇ ਫ੍ਰੀ ਹੋ ਗਈ, ਉਸ ਤੋਂ ਬਾਅਦ ਮੇਰੀ ਨਾ 1 ਵਜੇ ਟਿਊਸ਼ਨ ਕਲਾਸ ਹੁੰਦੀ ਆ, ਉਹਨੂੰ ਮੈਂ ਅਟੈਂਡ ਕਰਦੀ ਹਾਂ 2:30 ਵਜੇ ਤੱਕ। ਉਸ ਤੋਂ ਬਾਅਦ ਮੇਰੀ ਸ਼ਾਮੀ ਹੁੰਦੀ ਹੈ 5 ਵਜੇ ਤੋਂ ਬਾਅਦ। ਫਿਰ 5 ਵਜੇ ਤੋਂ ਬਾਅਦ ਮੈਂ ਫ੍ਰੀ ਹੋ ਜਾਂਦੀ ਵੈਸੇ ਵੀ। ਫਿਰ ਮੈਂ ਉਸ ਤੋਂ ਬਾਅਦ ਜਿਹੜੀ ਟਿਊਸ਼ਨ ਚਲਾਉਂਦੀ ਹਾਂ ਉਹ ਕਰਕੇ ਫਿਨਿਸ਼ ਕਰਕੇ ਫਿਰ ਮੈਂ 8-9 ਵਜੇ ਸੋ ਜਾਂਦੀ ਹਾਂ। ਫਿਰ ਮਤਲਬ ਉਸ ਤਰ੍ਹਾਂ ਹੀ ਫਿਰ ਰੂਟੀਨ ਸ਼ੁਰੂ ਹੋ ਜਾਂਦਾ ਮੇਰਾ ਆਪਣਾ, ਮਤਲਬ ਕਿ ਪੜ੍ਹਾਈ ਨੂੰ ਮੈਂ 5 ਘੰਟੇ ਦੇ ਸਕਦੀ ਹਾਂ, ਇਸ ਤੋਂ ਵੱਧ ਨਹੀਂ ਟਾਈਮ ਮੈਨੂੰ ਮਿਲਦਾ। ਬਟ ਇਹ ਹੈ ਕਿ ਮੈਂ ਨੰਬਰ ਜਿਸ ਤਰ੍ਹਾਂ ਮਤਲਬ ਕਿ ਮੈਂ ਚਾਹੁੰਦੀ ਹਾਂ ਉਸ ਹਿਸਾਬ ਨਾਲ ਮੈਨੂੰ ਨੰਬਰ ਸਕੋਰ ਮਿਲ ਜਾਂਦੇ ਨੇ ਉਸ ਚੀਜ਼ ਲਈ। ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸੰਘਰਸ਼ ਕਰਨਾ ਪੈ ਰਿਹਾ, ਕਦੀ ਨਾ ਕਦੀ ਪਰਮਾਤਮਾ ਦੇ ਨਾਲ, ਕਦੀ ਉਹਨਾਂ ਪਰਮਾਤਮਾ ਨੂੰ ਗਿਲਾ ਸ਼ਿਕਵਾ ਵੀ ਕਰਦੇ ਹੋ? ਹਾਂ, ਵਿੱਚ ਜੇ ਕੀਤਾ ਸੀ ਜਦੋਂ ਮਤਲਬ ਕਿ ਪਾਪਾ ਨੂੰ ਕਈ ਡਾਕਟਰਾਂ ਨੇ ਕਹਿ ਤਾ ਸੀ ਕਿ ਇਸ ਤਰ੍ਹਾਂ ਇੰਨੇ ਪੈਸੇ ਲੱਗਣੇ ਆ, ਮਤਲਬ ਆਸ ਛੱਡਦੀ ਭਗਵਾਨ ਤੋਂ, ਤਾਂ ਛੱਡੀ ਸੀ, ਮਤਲਬ ਲੋਕਾਂ ਤੋਂ ਵੀ ਛੱਡਤੀ ਸੀ ਮੈਂ, ਡਾਕਟਰ ਤੋਂ। ਹਲੇ ਵੀ ਮੈਂ ਥੋੜ੍ਹਾ ਬਹੁਤਾ ਰਹਿੰਦੀ ਹਾਂ ਕਿ ਯਾਰ ਉਹ ਕਿਉਂ ਉਹ ਸਮਾਂ ਕਿਉਂ ਤੂੰ ਆਉਂਦਾ ਭਗਵਾਨ, ਤੂੰ ਚੰਗਾ ਵੀ ਤਾਂ ਲਿਆ ਸਕਦਾ। ਕਿਉਂਕਿ ਇੱਕ ਟਾਈਮ
ਮੈਨੂੰ ਇਹ ਪਤਾ ਕਿ ਇੱਕ ਟਾਈਮ ਮਾੜਾ ਹੁੰਦਾ ਤੇ ਚੰਗਾ ਵੀ ਹੁੰਦਾ, ਬਟ ਸਾਡੇ ਨਾਲ ਜੋ ਹੁੰਦਾ ਨਾ ਉਹ ਮਾੜਾ ਹੀ ਹੁੰਦਾ। ਉਸ ਟਾਈਮ ਤੋਂ ਪਹਿਲਾਂ ਦਾ ਹੀ ਮਾੜਾ ਹੁੰਦਾ ਸੀ, ਤੇ ਹੁਣ ਉਹ ਜ਼ਿਆਦਾ ਸਾਨੂੰ ਫੀਲ ਹੋਣ ਲੱਗ ਪਿਆ ਸੀ ਕਿ ਨਹੀਂ ਯਾਰ ਭਗਵਾਨ ਨੇ ਇਹ ਗਲਤ ਕੰਮ ਕੀਤਾ, ਕਿਉਂਕਿ 1.5 ਸਾਲ ਮੰਜੇ 'ਤੇ ਰਹਿਣਾ ਬਹੁਤ ਔਖਾ ਹੁੰਦਾ। ਸਾਡੇ ਵਰਗਾ ਹੀ ਨਹੀਂ ਕੋਈ 5 ਮਿੰਟ ਤੋਂ ਵੱਧ ਪੈ ਜੇ ਲੰਮੇ 'ਤੇ ਹੋ ਜਾਂਦਾ। ਤੇ ਮਤਲਬ ਕਿ ਉਹ ਭਗਵਾਨ ਨਾਲ ਗਿਲਾ ਹੈਗਾ ਹੀ, ਬਟ ਹਜੇ ਵੀ ਥੋੜ੍ਹਾ ਬਹੁਤਾ ਹੈਗਾ ਅੰਦਰ ਕਿ ਮਾੜਾ ਕੀਤਾ ਮੇਰੇ ਨਾਲ ਜੋ ਕੀਤਾ। ਤਾਂ ਇਸ ਸਮੇਂ ਦੇ ਵਿੱਚ ਸਭ ਤੋਂ ਵੱਧ ਜੇਕਰ ਸਪੋਰਟ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਸਪੋਰਟ ਤੁਹਾਡੀ ਕਿਸ ਨੇ ਕੀਤੀ? ਮੇਰੇ ਭੈਣ ਭਰਾਵਾਂ ਨੇ ਕੀਤੀ, ਮੇਰੇ ਕਜ਼ਨਸ ਹੈਗੇ ਆ, ਮੇਰੇ ਤਾਇਆ ਜੀ ਦਾ ਬੇਟਾ, ਉਹਨੇ ਬੜਾ ਸਾਥ ਦਿੱਤਾ, ਭੂਆ ਜੀ ਨੇ ਬਹੁਤ ਦਿੱਤਾ। ਮਤਲਬ ਕਿ ਸਾਥ ਮੇਰਾ ਕਈਆਂ ਨੇ ਸਾਥ ਦਿੱਤਾ, ਕਈ ਮੈਨੂੰ ਛੱਡ ਕੇ ਗਏ, ਕਈਆਂ ਨੇ ਗੱਲਾਂ ਸੁਣਾਈਆਂ। ਉਸ ਗੱਲਾਂ ਵਾਲੇ ਨੂੰ ਚਲੋ ਮੈਂ ਇਗਨੋਰ ਹੀ ਕੀਤਾ, ਇੰਨਾ ਉਹਨਾਂ ਨੂੰ ਮਤਲਬ ਕੀਤਾ ਨਹੀਂ, ਬਟ ਜਿਹਨੇ ਸਾਥ ਦਿੱਤਾ ਉਹ ਮੇਰੇ ਤਾਇਆ ਜੀ ਦੇ ਬੇਟੇ ਨੇ ਮੇਰਾ ਬਹੁਤ ਸਾਥ ਦਿੱਤਾ। ਉਹ ਠੰਡਾਂ ਵਿੱਚ ਮੇਰੇ ਨਾਲ ਜਾਂਦਾ ਰਿਹਾ, ਸਿਆਲਾਂ ਵਿੱਚ ਆਪਣੀ ਜੋਬ ਵੀ ਕਰਦਾ ਸੀ, ਨਾਲ ਮੇਰੇ ਨਾਲ ਜਾਂਦਾ ਹੁੰਦਾ ਸੀ। ਮਤਲਬ ਕਿ ਜਿਹਨੇ ਸਾਥ ਦਿੱਤਾ ਉਹਨੂੰ ਮੈਂ ਥੈਂਕ ਯੂ ਹੀ ਕਰੂੰਗੀ। ਹੋਰ ਤਾਂ ਮੈਂ ਉਹਨੂੰ ਜਦੋਂ ਲੋੜ ਪਊਗੀ ਮੈਂ ਉਹਦਾ ਜ਼ਰੂਰ ਸਾਥ ਦੂੰਗੀ, ਕਿ ਕੋਈ ਵੀ ਛੋਟੀ ਮੋਟੀ ਵੀ ਗੱਲ ਹੋਵੇ ਤਾਂ ਮੈਂ ਜ਼ਰੂਰ ਸਾਥ ਦੂੰਗੀ ਉਹਦਾ। ਤਾਂ ਸਕੂਲ ਵੱਲੋਂ, ਕਲਾਸ ਟੀਚਰਸ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ? ਕਿਉਂਕਿ ਜਦੋਂ ਐਕਸੀਡੈਂਟ ਹੋ ਜਾਂਦਾ ਘਰ ਦੇ ਵਿੱਚ ਤਾਂ ਸਕੂਲ ਦੇ ਵਿੱਚ ਟਾਈਮ ਵੀ ਕੱਢ ਦਿੱਤਾ ਜਾਂਦਾ ਹੋਏਗਾ, ਕਿਤੇ ਨਾ ਕਿਤੇ ਕੁਛ ਪੜ੍ਹਾਈ ਦੇ ਵਿੱਚ ਵੀ ਮੁਸ਼ਕਲਾਂ ਆਈਆਂ ਹੋਣਗੀਆਂ, ਤਾਂ ਸਕੂਲ ਟੀਚਰਸ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ? ਉਸ ਟਾਈਮ 'ਤੇ ਲੋਕਡਾਊਨ ਹੁੰਦਾ ਸੀ ਅਤੇ ਥੋੜ੍ਹਾ ਟਾਈਮ ਉਸ ਹਿਸਾਬ ਨਾਲ ਮਤਲਬ ਕਿ ਮੈਂ ਐਡਜਸਟ ਕੀਤਾ ਹੈ ਕਿ ਇਸ ਟਾਈਮ ਮੇਰੀ ਕਲਾਸ ਹੋਣੀ ਆ, ਔਨਲਾਈਨ ਕਲਾਸਿਸ ਸੀ। ਅਤੇ ਫਿਰ ਉਹ ਵੈਸੇ ਵੀ ਥੋੜ੍ਹੀ +1 +2 ਦੀ ਡਿਲੇ ਹੁੰਦੀ ਸੀ, ਉਹ ਕੁਛ 1-2 ਵਜੇ ਸ਼ੁਰੂ ਹੁੰਦੀਆਂ ਸੀ। ਅਤੇ ਫਿਰ ਉਹ ਟੀਚਰਸ ਮੇਰੇ ਨਾਲ ਕਰ ਲੈਂਦੇ ਹੁੰਦੇ, ਜੇ ਮੈਂ ਲੇਟ ਹੋ ਗਈ, ਛੁੱਟੀ ਹੋ ਗਈ ਵਿੱਚ ਜੇ, ਫਿਰ ਉਹਨਾਂ ਨੇ ਮੈਨੂੰ ਕਹਿਣਾ ਕਿ ਕੋਈ ਗੱਲ ਨਹੀਂ, ਤੈਨੂੰ ਆਪਾਂ ਵਰਕ ਕਰ ਦਿੰਦੇ ਸੈਂਡ, ਅਤੇ ਤੂੰ ਕਾਪੀ ਮਤਲਬ ਆਪਣੀ ਕੰਪਲੀਟ ਰੱਖ। ਫਿਰ ਵਿੱਚ ਜੇ ਮੇਰੇ ਨੋਟਸ ਵੀ ਕੰਪਲੀਟ ਨਹੀਂ ਹੋਣੇ, ਫਿਰ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਕੋਈ ਨਹੀਂ, ਤੈਨੂੰ ਥੋੜ੍ਹਾ ਟਾਈਮ ਹੋਰ ਦੇ ਦਿੰਦੇ ਹਾਂ। ਮਤਲਬ ਟੀਚਰਸ ਨੇ ਬਹੁਤ ਸਪੋਰਟ ਕੀਤਾ ਮੈਨੂੰ, ਕਿ ਇਹ ਨਹੀਂ ਕਿ ਨਹੀਂ ਕੀਤਾ, ਬਹੁਤ ਕੀਤਾ ਉਹਨਾਂ ਨੇ ਮੈਨੂੰ ਸਪੋਰਟ। ਤਾਂ ਉਹਨਾਂ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਮਾਪੇ ਆਪਣੀਆਂ ਬੱਚੀਆਂ ਨੂੰ ਕੁੱਖ ਦੇ ਵਿੱਚ ਮਾਰ ਦਿੰਦੇ ਆ, ਜਾਂ ਕੁਛ ਮਾਪੇ ਜਿਹੜੇ ਆ ਉਹ ਕਹਿੰਦੇ ਆ ਕਿ ਧੀਆਂ ਨੂੰ ਬੰਦ ਕਮਰੇ ਦੇ ਅੰਦਰ ਹੀ ਰੱਖਿਆ ਜਾਵੇ, ਘਰ ਤੋਂ ਬਾਹਰ ਨਾ ਕੱਢਿਆ ਜਾਵੇ? ਹਾਂ, ਜੇ ਫਰੀਡਮ ਜ਼ਰੂਰ ਦੇਣੀ ਚਾਹੀਦੀ ਕੁੜੀਆਂ ਨੂੰ, ਕਿਉਂਕਿ ਮੁੰਡਿਆਂ ਨੂੰ ਫਰੀਡਮ ਮਿਲ ਸਕਦੀ ਅਤੇ ਕੁੜੀਆਂ ਨੂੰ ਵੀ ਮਿਲ ਸਕਦੀ ਆ। ਕੁੜੀਆਂ ਕੁਛ ਕਰਕੇ ਵੀ ਵਿਖਾਣਗੀਆਂ ਜੇ ਕੁੜੀਆਂ ਨੂੰ ਫਰੀਡਮ ਮਿਲੀ ਜਾਊਗੀ। ਅਤੇ ਕੁੱਖ 'ਚ ਮਾਰਨ ਵਾਲੇ ਤਾਂ ਉਹ ਦੁਨੀਆ 'ਚ ਕਿਤੇ ਬੱਚਾ ਆਉਂਦਾ ਨਹੀਂ, ਤੈਨੂੰ ਤਰ੍ਹਾਂ ਹੀ ਮਾਰ ਦਿੰਦੇ ਹੋ, ਅਤੇ ਉਹ ਚੀਜ਼ ਵੀ ਥੋੜ੍ਹੀ ਗਲਤ ਹੈਗੀ ਆ। ਹਾਂ, ਇੱਕ ਵਾਰੀ ਕੁੜੀਆਂ ਨੂੰ ਫਰੀਡਮ ਜ਼ਰੂਰ ਦੇਣੀ ਚਾਹੀਦੀ ਕਿ ਉਹ ਨਾਮ ਰੋਸ਼ਨ ਕਰ ਪਾਉਣ ਆਪਣੇ ਮਾਂ ਪਿਓ ਦਾ। ਸਾਡੇ ਨਾਲ ਪਿਤਾ ਜੀ ਵੀ ਮੌਜੂਦ ਆ, ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਜਦੋਂ ਐਕਸੀਡੈਂਟ ਹੋ ਜਾਂਦਾ ਤੁਹਾਨੂੰ ਕੰਮ ਛੱਡਣਾ ਪੈਂਦਾ, ਔਰ ਜਿਹੜਾ ਤੁਹਾਡਾ ਕੰਮ ਤੁਹਾਡੀ ਧੀ ਸਾਂਭਦੀ ਹੈ? ਹਾਂਜੀ, ਮੈਂ ਜਦੋਂ ਐਕਸੀਡੈਂਟ ਹੋਇਆ ਮੈਂ ਤਾਂ ਆਖਿਆ ਚਲੋ ਕੰਮ ਹੋ ਗਿਆ, ਖ਼ਤਮ ਹੋ ਗਈ ਕਹਾਣੀ ਕਾਰੋਬਾਰ ਦੀ। ਅਤੇ ਪਰ ਬੱਚੀ ਨੇ ਮੈਂ ਆਖਿਆ ਕਿ ਵੀ ਕੋਈ ਗੱਲ ਨਹੀਂ, ਮੈਂ ਦੁੱਧ ਦੇਵਾਂਗੀ, ਅਤੇ ਬੱਚੀ ਨੇ ਫਿਰ ਜਾਣਾ ਸ਼ੁਰੂ ਕਰਤਾ। ਅਤੇ ਫਿਰ ਮੈਂ ਇਹਨੂੰ ਮੋਬਾਈਲ ਦੇ ਨਾਲ ਸਹੂਲਤ ਦੇ ਨਾਲ ਦੱਸਦਾ ਰਿਹਾ ਐਡਰੈਸ, ਅਤੇ ਉਸੇ ਤਰ੍ਹਾਂ ਐਡਰੈਸ ਨਾਲ ਬੱਚੀ ਮੋਟਰਸਾਈਕਲ ਲੈ ਕੇ ਅਤੇ ਦੁੱਧ ਲੋਕਾਂ ਵੱਲ ਦੇ ਕੇ ਆਉਂਦੀ ਰਹੀ। ਨਾਲ ਕਦੀ ਕਦੇ ਬ੍ਰਦਰ ਭੇਜ ਦੀਦਾ ਸੀਦਾ, ਨਾਲ ਉਹ ਚੱਲ ਜਾਣਾ, ਕਦੀ ਇਹਨੇ ਚੱਲ ਜਾਣਾ। ਫਿਰ ਹੁਣ ਬਾਅਦ ਦੇ ਵਿੱਚ ਫਿਰ ਆਪਣੇ ਆਪ ਹੀ ਇਕੱਲੀ ਜਾਣ ਵੀ ਉਹਨਾਂ ਕੋਲ ਟਾਈਮ ਹੈ ਨਹੀਂ ਸੀ, ਅਤੇ ਫਿਰ ਇਹ ਆਪ ਹੀ ਇੰਨੇ ਸਾਰਾ ਦੁੱਧ ਦਾ ਕੰਮ ਸਾਂਭ ਛੱਡਿਆ। ਤਾਂ ਭਾਜੀ ਇੱਕ ਤਰਫ ਅਸੀਂ ਦੇਖਦੇ ਹਾਂ ਕਿ ਕੁਛ ਮਾਪੇ ਜਿਹੜੇ ਆ ਉਹ ਬੇਟੀਆਂ ਨੂੰ ਘਰ ਤੋਂ ਬਾਹਰ ਨਹੀਂ ਕੱਢਦੇ ਹੈਗੇ, ਔਰ ਕੁਛ, ਜਿਸ ਤਰ੍ਹਾਂ ਮੈਂ ਬੇਟੀ ਨਾਲ ਵੀ ਗੱਲ ਕੀਤੀ ਆ, ਕਿ ਕੁਛ ਜਿਹੜੇ ਲੋਕ ਨੇ ਉਹ ਆਪਣੀਆਂ ਧੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਰਵਾ ਦਿੰਦੇ ਆ। ਕਹਿੰਦੇ ਕਿ ਪੁੱਤ ਹੀ ਮਿਲਣਾ ਚਾਹੀਦਾ ਹੈ, ਕਿਉਂਕਿ ਪੁੱਤ ਜਿਹੜੇ ਆ ਉਹ ਬਜ਼ੁਰਗ ਜਦੋਂ ਅਸੀਂ ਹੋ ਜਾਵਾਂਗੇ ਤਾਂ ਸਾਡੀ ਜਿਹੜੀ ਆ ਸਿਹਤ ਸੰਭਾਲ ਕਰੇਗਾ, ਸਾਡਾ ਜਿਹੜਾ ਬੁਢਾਪੇ ਦਾ ਸਹਾਰਾ ਬਣੇਗਾ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਉਹ ਮਾਪੇ ਨੇ ਉਹਨਾਂ ਨੂੰ, ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਨਹੀਂ, ਇਹ ਤਾਂ ਗੱਲ ਗਲਤ ਹੈ ਜਿਹੜੇ ਬੱਚਿਆਂ ਨਾਲ ਇਸ ਤਰ੍ਹਾਂ ਕੁੱਖ ਦੇ ਵਿੱਚ ਕਰਨਾ, ਜਾਂ ਹੋਰ ਇਹੋ ਜਿਹੀ ਸੋਚ ਰੱਖਣੀ ਨਹੀਂ ਚਾਹੀਦੀ। ਨਾ ਅਸੀਂ ਵੀ ਰੱਖੀ ਨਹੀਂ ਸੀ, ਅਤੇ ਚਲੋ ਅਸੀਂ ਆਪਣੇ ਧੀਆਂ ਨੂੰ ਬੇਟਿਆਂ ਵਾਂਗੂ ਪਾਲਿਆ ਸੀ, ਔਰ ਬੱਚਿਆਂ ਨੇ ਕਰਕੇ ਪੁੱਤਾਂ ਵਾਂਗੂ ਵਿਖਾਇਆ ਵਾ। ਅੱਗੇ ਤਾਂ ਪਤਾ ਨਹੀਂ ਜੀ ਬੱਚੇ ਦਾ, ਬੇਟੇ ਦਾ ਕੀ ਸੁੱਖ ਹੈ ਜਾਂ ਕੀ ਸੁੱਖ ਹੋਊਗਾ। ਬਾਕੀ ਮੇਰੀ ਬੇਟੀਆਂ ਨੇ ਮੇਰਾ ਜਿਹੜਾ ਇਹ ਪੀਰੀਅਡ ਕੱਢਿਆ ਹੈ, ਮੈਂ ਕਹਿੰਦਾ ਕਿ ਵੀ ਸਭ ਦੀਆਂ ਧੀਆਂ ਜਿਹੜੀਆਂ ਵਾ ਉਹਨਾਂ ਨੂੰ ਆਪਣੇ ਪੇਰੈਂਟਸ ਦਾ ਇਸੇ ਤਰ੍ਹਾਂ ਹੀ ਖਿਆਲ ਰੱਖਣਾ ਚਾਹੀਦਾ, ਔਰ ਮੇਰੀਆਂ ਬੱਚੀਆਂ ਤੋਂ ਵਧੀਆ ਆਪਣੇ ਮਾਂ ਪਿਓ ਦਾ ਧਿਆਨ ਰੱਖਣਾ ਚਾਹੀਦਾ। ਕਿਉਂਕਿ ਮਾਂ ਪਿਓ ਜੇ ਬੱਚਿਆਂ ਨੂੰ ਚੰਗੀ ਤਰ੍ਹਾਂ ਲੜਕੀਆਂ ਨੂੰ ਆਪਣੇ ਪੁੱਤਾਂ ਵਾਂਗੂ ਪਾਲਦੇ ਆ, ਉਹ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਵਾਂਗੂ ਪਾਲਦੇ ਪਏ ਹਾਂ, ਅਤੇ ਧੀਆਂ ਨੂੰ ਵੀ ਚਾਹੀਦਾ ਵਾ ਕਿ ਸਾਡੇ ਪਿਓ ਜਿਹੜੇ ਆ ਸਾਨੂੰ ਪੁੱਤਾਂ ਵਾਂਗੂ ਪਾਲਣ ਦੇ, ਅਤੇ ਅਸੀਂ ਪੁੱਤ ਬਣ ਕੇ ਵਿਖਾਈਏ। ਔਰ ਮੇਰੀਆਂ ਦੇ ਧੀਆਂ ਨੇ ਪੁੱਤ ਬਣ ਕੇ ਵਿਖਾਇਆ, ਅਤੇ ਮੈਂ ਤਾਂ ਕਹਿੰਦਾ ਸਾਰਿਆਂ ਦੀ ਬੱਚੀਆਂ ਜਿਹੜੀਆਂ ਵਾ ਆਪਣੇ ਪਿਤਾ ਨੂੰ ਆਪਣੇ ਪਿਓ ਵਰਗਾ ਸੁੱਖ ਦੇਣ। ਇਹੋ ਹੀ ਮੈਂ ਸਾਰਿਆਂ ਗਾੜੀ ਗੁੰਜਾਇਸ਼ ਕਰਦਾ, ਧੀਆਂ ਭੈਣਾਂ ਗਾੜੀ, ਕਿ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਸੋ ਇਹ ਸਨ ਸਾਡੇ ਨਾਲ ਸੰਨੀ ਕੇਤਨਾ, ਜਿਨ੍ਹਾਂ ਦੁਆਰਾ
ਆਪਣੇ ਪਿਤਾ ਦੇ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦਾ ਦੁੱਧ ਦਾ ਕੰਮ ਸੰਭਾਲ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ। ਔਰ ਇਹਨਾਂ ਦੁਆਰਾ ਉਹਨਾਂ ਮਾਪਿਆਂ ਨੂੰ ਵੀ ਇੱਕ ਮੈਸੇਜ ਦਿੱਤਾ ਗਿਆ ਹੈ, ਜੋ ਮਾਪੇ ਆਪਣੀਆਂ ਧੀਆਂ ਨੂੰ ਕੁੱਖ ਦੇ ਵਿੱਚ ਮਾਰ ਦਿੰਦੇ ਨੇ ਔਰ ਜੋ ਮਾਪੇ ਆਪਣੀਆਂ ਧੀਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ, ਬੰਦ ਕਮਰੇ ਦੇ ਵਿੱਚ ਹੀ ਰੱਖਣਾ ਪਸੰਦ ਕਰਦੇ ਨੇ। ਸੋ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ।